ਨਾ ਸਿਰਫ GTA ਤੋਂ ਬਾਹਰ ਵੀ ਜਿਹੜੇ ਗੁਰਦੁਆਰੇ ਨੇ ਉੱਥੋਂ ਰਿਪੋਰਟਸ ਨੇ। ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਆ ਕੇ ਗੁਰਦੁਆਰਿਆਂ 'ਚ ਰਹਿੰਦੇ ਨੇ ਤੇ ਉਹਨਾਂ ਨੂੰ ਦੱਸਦੇ ਨੇ ਕਿ ਸਾਡੇ ਕੋਲ ਜਿਹੜਾ ਹੈ ਕੋਈ ਰਹਿਣ ਲਈ ਪਤਾ ਟਿਕਾਣਾ ਹੈ ਨਹੀਂ, ਕੋਈ ਥਾਂ ਹੈ ਨਹੀਂ। ਉਹ ਕਹਿੰਦੇ ਜਿਹੜਾ ਇੱਕ ਹਿੱਸਾ ਇਹੋ ਜਿਹਾ ਜਿਨ੍ਹਾਂ ਕੋਲ ਕੋਈ ਪਤਾ ਟਿਕਾਣਾ ਨਹੀਂ ਹੈ, ਉਹ ਪਹਿਲਾਂ ਤੇ ਆ ਕੇ ਸ਼ਾਮ ਤੱਕ ਜਿੰਨੀ ਦੇਰ ਤੱਕ ਹੋ ਸਕਿਆ ਗੁਰਦੁਆਰੇ ਬੈਠੇ ਰਹਿੰਦੇ ਨੇ। ਫਿਰ ਜਦੋਂ ਸਾਡਾ ਗੁਰਦੁਆਰਾ ਸਾਡਾ ਜਿਹੜਾ ਲੰਗਰ ਹਾਲ ਹੈ ਉਹ ਬੰਦ ਕਰਨ ਦਾ ਟਾਈਮ ਆਉਂਦਾ, ਫਿਰ ਉਹ ਉੱਠ ਕੇ ਚਲੇ ਜਾਂਦੇ ਨੇ ਤੇ ਉਹਨਾਂ ਨੇ 3-4 ਘੰਟੇ ਟਿਮ ਹਾਰਟਨ ਤੇ ਲਾਉਣੇ ਹੁੰਦੇ ਨੇ। ਤੇ ਫਿਰ ਜਦੋਂ ਸਵੇਰੇ 3 ਵਜੇ ਗੁਰੂ ਘਰ ਖੁੱਲਿਆ ਉਹਨਾਂ ਨੇ ਫਿਰ ਆ ਜਾਣਾ ਹੁੰਦਾ। ਕੈਨੇਡੀਅਨ ਸਟੂਡੈਂਟ ਨਾਲੋਂ 4 ਗੁਣਾ ਵੱਧ ਫੀਸ ਇਹ ਸਟੂਡੈਂਟ ਪੇ ਕਰਦੇ। ਬਿਲਕੁਲ। ਹੁਣ ਜਿਹੜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਮੰਗਵਾਏ ਨੇ, ਜੇ ਉਹ ਹੋਮਲੈਸ ਹੋ ਰਹੇ ਨੇ ਤਾਂ ਇਹਦਾ ਮਤਲਬ ਹੈ ਕੈਨੇਡੀਅਨ ਗਵਰਨਮੈਂਟ ਦਾ ਸਾਰਾ ਪਲਾਨ ਫੇਲ ਹੈ। ਬਿਲਕੁਲ। ਤੁਹਾਨੂੰ ਬਿਲਕੁਲ ਹੀ ਰਿਐਲਿਟੀ ਦਾ ਨਹੀਂ ਪਤਾ। ਕਈ ਵਾਰ ਮੈਂ ਦੇਖਿਆ ਲੋਕ ਉਪਦੇਸ਼ ਦੇਣਾ ਸ਼ੁਰੂ ਕਰ ਦਿੰਦੇ ਨੇ ਕਿ ਜੀ ਇਹ ਕੰਮ ਕਿਉਂ ਨਹੀਂ ਕਰਦਾ, ਉਹ ਕਿਉਂਕਿ ਉਹਨਾਂ ਨੂੰ ਉਹਦੀ ਕਹਾਣੀ ਨਹੀਂ ਪਤਾ। ਕੋਈ ਬੰਦਾ ਮੰਗਣ ਦੀ ਨੌਬਤ, ਜਿਹੜੀ ਇੱਕ ਪੰਜਾਬ ਦਾ ਮੁੰਡਾ ਜੇ ਮੰਗਣ ਤੇ ਪਹੁੰਚ ਰਿਹਾ ਤੇ ਕੋਈ ਇੱਕੋ ਦਿਨ 'ਚ ਨਹੀਂ ਪਹੁੰਚਿਆ। ਉਹ ਕੁਝ ਖਬਰਾਂ ਮੁਤਾਬਕ ਕੈਨੇਡਾ ਦੇ ਇੰਟਰਨੈਸ਼ਨਲ ਸਟੂਡੈਂਟਸ, ਪੰਜਾਬੀ ਸਟੂਡੈਂਟਸ ਦੇ ਅੰਦਰ ਹੋਮਲੈਸਨੈਸ ਦੀ ਸਮੱਸਿਆ ਵੱਧ ਰਹੀ ਹੈ, ਜਿਸ ਦਾ ਮਤਲਬ ਹੈ ਕਿ ਕੁਝ ਸਟੂਡੈਂਟਸ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਪਤਾ ਟਿਕਾਣਾ ਨਹੀਂ ਹੈ, ਜਿਨ੍ਹਾਂ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ ਤੇ ਕਿਵੇਂ ਉਹ ਬੇਘਰਿਆਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ, ਉਹਦੇ ਬਾਰੇ ਬੜੀਆਂ ਹੌਲਨਾਕ ਰਿਪੋਰਟਸ ਨੇ। ਉਹਨਾਂ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਸੋਸ਼ਲ ਮੀਡੀਆ ਤੇ ਕੁਝ ਵੀਡੀਓ ਸਾਹਮਣੇ ਆ ਰਹੀਆਂ ਨੇ ਕਿਉਂਕਿ ਸਾਡੇ ਕਮਿਊਨਿਟੀ ਵਾਲੇ ਵਰਿਡ ਨੇ, ਉਹ ਫਿਕਰਮੰਦ ਨੇ ਕਿ ਸਾਡੇ ਬੱਚੇ ਇਸ ਵੇਲੇ ਸੜਕਾਂ ਤੇ ਨੇ। ਇਹੋ ਜਿਹੀ ਇੱਕ ਵੀਡੀਓ ਤੋਂ ਬਾਅਦ ਸਾਡੇ ਰਿਪੋਰਟਰ ਰਾਹਿਲ ਸਿੰਘ ਨੇ ਇੱਕ ਪੂਰੀ ਰਿਪੋਰਟ ਇਸ ਮੁੱਦੇ ਤੇ ਤਿਆਰ ਕੀਤੀ ਹੈ। ਆਓ ਪਹਿਲਾਂ ਉਸ ਤੇ ਇੱਕ ਝਾਤੀ ਮਾਰਦੇ ਹਾਂ। ਦੇਖ ਪੁੱਤ, ਮੇਰੀ ਗੱਲ ਸੁਣ, ਤੂੰ ਪੜਿਆ ਲਿਖਿਆ ਆ, ਤੈਨੂੰ ਕੋਈ ਪ੍ਰੋਬਲਮ ਨਹੀਂ। ਇੱਥੇ ਅਨਪੜ੍ਹ ਬੰਦੇ ਕਾਮਯਾਬ ਹੋਏ ਪਏ ਆ। ਤੂੰ ਥੋੜਾ ਜਿਹਾ ਆਪਣਾ ਮਾਈਂਡ ਸੈੱਟ ਕਰ, ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਦੱਸ ਤੇ। ਪਰ ਜੇ ਤੈਨੂੰ ਹੁਣ ਆਦਤ ਪੈ ਗਈ ਸੜਕਾਂ ਤੇ ਰਹਿਣ ਦੀ ਜਾਂ ਭੀਖ ਮੰਗਣ ਦੀ, ਫਿਰ ਇੱਥੇ ਕੋਈ ਕੁਝ ਨਹੀਂ ਕਰ ਸਕਦਾ। ਸੋ ਬਹੁਤ ਬੁਰੇ ਹਾਲ ਸੀ, ਉਹਦੇ ਪੈਰ ਨੰਗੇ ਸੀ ਔਰ ਲੱਗਦਾ ਪਿਆ ਸੀ ਵੀ ਕੋਈ ਨਸ਼ਾ ਨੁਸ਼ਾ ਵੀ ਇਹ ਕਰਦਾ ਹੋਊਗਾ, ਕਿਉਂਕਿ ਜਿੱਦਾਂ ਮੈਨੂੰ ਪਹਿਲਾਂ ਦੇਖਿਆ ਸੀ ਔਰ ਉਸ ਤੋਂ ਬਾਅਦ ਜਿਹੜਾ ਦੇਖਿਆ ਜੀ, ਦਾੜੀ ਕਾਫੀ ਵਧੀ ਹੋਈ ਸੀ ਔਰ ਹਾਲਾਤ ਜੇ ਉਹਦੇ ਇਦਾਂ ਦੇ ਲੱਗਦੇ ਪਏ ਸੀ, ਅੱਖਾਂ ਤੇ ਕਾਲੇ ਘੇਰੇ ਪਏ ਹੋਏ ਸੀ ਤੇ ਉਹ ਤੋਂ ਲੱਗਦਾ ਪਿਆ ਸੀ ਬੰਦੇ ਦੀ ਪਛਾਣ ਆ ਜਾਂਦੀ ਹੈ ਵੀ ਇਹ ਨਸ਼ਾ ਪੱਤਾ ਕਰਦਾ ਹੋਊਗਾ। ਮੇਰੇ ਘਰ ਦੇ ਕੋਲੇ ਇੱਕ ਰਾਤ ਨੂੰ 3 ਮੁੰਡੇ ਆਉਂਦੇ ਸੀਗੇ, TD ਬੈਂਕ ਦੇ ਜਿੱਥੇ ਟੈਲਰ ਆ ਉੱਥੇ ਜਾ ਕੇ ਸੌਂਦੇ ਸੀਗੇ। ਉੱਥੇ ਜਾ ਕੇ ਸੌਂ ਕੇ ਉਦੋਂ ਬਾਅਦ ਜਦੋਂ ਟਿਮ ਹਾਰਟਨ ਜਿਹੜਾ ਨਾਲ ਹੀ ਟਿਮ ਹਾਰਟਨਸ ਆ, ਉੱਥੇ ਜਾ ਕੇ ਟਿਮ ਹਾਰਟਨ 6 ਵਜੇ ਖੁੱਲ੍ਹਦਾ, 7 ਵਜੇ ਨੂੰ ਜਾਂ 8 ਵਜੇ ਨੂੰ ਉਹ ਉੱਥੇ ਜਾਂਦੇ ਆ ਤੇ ਉੱਥੇ ਆਪਦੀਆਂ 5 ਇਸ਼ਨਾਨਾਂ ਕਰਦੇ, ਕੋਈ ਬੁਰਸ਼ੀ ਕਰਨ ਲੱਗਿਆ ਹੁੰਦਾ, ਕੋਈ ਜੋ ਵੀ ਹੈ। ਸੋ ਮਤਲਬ ਇੱਦਾਂ ਦੇ ਸੀਵੀਅਰ ਕੇਸ ਵੀ ਹੁੰਦੇ ਆ ਕਿ ਜਿਹਦੇ ਵਿੱਚ ਬੰਦਾ ਕੋਈ ਇੱਦਾਂ ਡਰੱਗ ਅਬਿਊਜ਼ ਦੀ ਵੀ ਗੱਲ ਹੈ ਨਹੀਂ ਗੀ, ਪਰ ਉਹ ਮੈਂਟਲੀ ਇੰਨਾ ਬ੍ਰੇਕਡਾਊਨ ਹੋ ਜਾਂਦਾ ਸਾਰੇ ਸਿਸਟਮ ਦੇ ਵੱਲੋਂ ਹੋ ਰਹੀ ਐਕਸਪਲੋਇਟੇਸ਼ਨ ਕਰਕੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿੱਥੇ ਨੇ, ਕੀ ਕਰ ਰਹੇ ਨੇ। ਇੱਕ ਸਟੂਡੈਂਟ ਜਿਹੜਾ ਗੁਰਦਾਸਪੁਰ ਤੋਂ ਬਰੈਂਪਟਨ ਦੇ ਸ਼ੈਰੀਡਨ ਕਾਲਜ ਵਿੱਚ ਪੜ੍ਹਨ ਆਇਆ ਸੀ, ਇੱਥੇ ਦੀ ਜ਼ਿੰਦਗੀ ਦੇ ਪ੍ਰੈਸ਼ਰ ਨੂੰ ਉਹ ਸੰਭਾਲ ਨਹੀਂ ਸਕਿਆ ਅਤੇ ਨਸ਼ੇ ਦਾ ਸ਼ਿਕਾਰ ਹੋ ਗਿਆ। ਤੇ ਬਟ ਅਗਲੇ ਦਿਨ ਹੀ ਸਾਨੂੰ ਪਤਾ ਲੱਗ ਰਿਹਾ ਹੈਗਾ ਕਿ ਟਿਊਜ਼ਡੇ ਨਾਈਟ ਕਿ ਟੋਰਾਂਟੋ ਪੁਲਿਸ ਨੇ ਰੀਚ ਆਊਟ ਕੀਤਾ ਹੈਗਾ ਉਹਨਾਂ ਦੀ ਲੋਕਲ ਗੁਰਦਾਸਪੁਰ ਪੁਲਿਸ ਵਾਲਿਆਂ ਨੂੰ ਕਿ ਆਹ ਡੈੱਡ ਬੋਡੀ ਹੈਗੀ, ਇਹਦੀ ਆਇਡੈਂਟੀਫਾਈ ਕਰੋ। ਤੇ ਫਿਰ ਉਹਨਾਂ ਦੇ ਡੈਡੀ ਦਾ ਮੈਨੂੰ ਫੋਨ ਆਇਆ ਕਿ ਉਹ ਗੁਰਪ੍ਰਤਾਪ ਡੈਡ ਹੈ, ਮਤਲਬ ਡੈਥ ਹੋ ਗਈ ਹੈਗੀ ਉਹਦੀ। ਸੋ ਤੁਸੀਂ ਦੇਖਿਆ ਕਿ ਇਹ ਮੁੱਦਾ ਵੱਧਦਾ ਜਾ ਰਿਹਾ ਹੈ, ਪਰ ਇਹ ਪ੍ਰੋਬਲਮ ਕਿੰਨੀ ਕੁ ਵੱਡੀ ਹੈ ਉਹਦੀ ਗੱਲ ਕਰਦੇ ਹਾਂ। ਸੋ ਸ਼ਮੀਲ ਜੀ, ਕੀ ਇਹ ਸਿਰਫ ਇੱਕਾ ਦੁੱਕਾ ਕੇਸ ਹੈ ਜਿਹੜਾ ਸੋਸ਼ਲ ਮੀਡੀਆ ਤੇ ਸਾਹਮਣੇ ਆ ਜਾਂਦਾ ਹੈ, ਜਾਂ ਇਹ ਮੁੱਦਾ, ਇਹ ਪ੍ਰੋਬਲਮ ਬਹੁਤ ਵੱਡੀ ਹੈ? ਤੁਹਾਡੇ ਹਿਸਾਬ ਨਾਲ ਕੀ ਹੈ? ਮੈਨੂੰ ਇਉਂ ਲੱਗਦਾ ਕਿ ਭਾਵੇਂ ਜਿਹੜੀਆਂ ਰਿਪੋਰਟਸ ਨੇ ਉਹਨਾਂ ਤੋਂ ਆਪਾਂ ਨੂੰ ਲੱਗਦਾ ਕਿ ਕੋਈ ਛਿਟਪੁੱਟ ਘਟਨਾਵਾਂ ਨੇ, 1-2 ਇੱਥੇ ਨੇ, 1-2 ਉੱਥੇ ਨੇ, ਪਰ ਅਸਲ ਵਿੱਚ ਹੁੰਦਾ ਇਹ ਹੈ ਕਿ ਜਿਹੜੀਆਂ ਇਹ ਰਿਪੋਰਟਸ ਆਉਂਦੀਆਂ ਨੇ ਇਹ ਅਸਲ ਵਿੱਚ ਰਿਐਲਿਟੀ ਦਾ ਕਈ ਵਾਰ ਬਹੁਤ ਛੋਟਾ ਹਿੱਸਾ ਪੇਸ਼ ਕਰ ਰਹੀਆਂ ਹੁੰਦੀਆਂ। ਹੋ ਸਕਦਾ ਕਿ ਰਿਐਲਿਟੀ ਇਸ ਤੋਂ ਕਿਤੇ ਵੱਡੀ ਹੋਏ ਤੇ ਸਿਰਫ ਉਸਦਾ ਥੋੜਾ ਹਿੱਸਾ ਬਾਹਰ ਆ ਰਿਹਾ ਹੋਵੇ, ਕਿਉਂਕਿ ਇਸ ਨੂੰ ਇਸ ਤਰ੍ਹਾਂ ਵੀ ਦੇਖੀਏ ਕਿ ਜਿਸ ਤਰ੍ਹਾਂ ਦੀ ਇਹ ਸਮੱਸਿਆ ਇਹਨੂੰ ਹਰ ਕੋਈ ਛੁਪਾਉਣ ਦੀ ਕੋਸ਼ਿਸ਼ 'ਚ ਹੈ। ਬਿਲਕੁਲ। ਜਿਹੜੇ ਖੁਦ ਹੋਮਲੈਸ ਨੇ ਉਹ ਵੀ ਛੁਪਾਉਣ ਦੀ ਕੋਸ਼ਿਸ਼ 'ਚ ਨੇ, ਜਿਹੜੇ ਉਹਨਾਂ ਦੇ ਪੈਰੈਂਟਸ ਨੇ ਉਹ ਵੀ ਛੁਪਾਉਣਾ ਚਾਹ ਰਹੇ ਹੋਣਗੇ, ਜਿਹੜੇ ਉਹਨਾਂ ਦੇ ਨਾਲ ਵਾਲੇ ਨੇ ਉਹ ਵੀ ਨਹੀਂ ਦੱਸਣਾ ਚਾਹੁੰਦੇ। ਸੋ ਇਸ ਤਰ੍ਹਾਂ ਦੀ ਸਮੱਸਿਆ ਜੇ ਫਿਰ ਵੀ ਕੁਝ ਘਟਨਾਵਾਂ ਬਾਹਰ ਆ ਰਹੀਆਂ ਨੇ, ਫਿਰ ਵੀ ਕੁਝ ਇਹੋ ਜਿਹੇ ਸਟੂਡੈਂਟ ਨਜ਼ਰ ਆ ਰਹੇ ਨੇ ਕਮਿਊਨਿਟੀ ਨੂੰ, ਤਾਂ ਇਸ ਦਾ ਮਤਲਬ ਹੈ ਕਿ ਪ੍ਰੋਬਲਮ ਜਿੰਨੀ ਅਸੀਂ ਦੇਖ ਰਹੇ ਹਾਂ, ਜਿੰਨੀ ਇਸ ਰਾਹਿਲ ਦੀ ਰਿਪੋਰਟ ਤੋਂ ਲੱਗ ਰਿਹਾ, ਇਹ ਉਸ ਤੋਂ ਜ਼ਿਆਦਾ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਕਿਉਂਕਿ ਹਿਡਨ ਹੋਮਲੈਸਨੈਸ ਕੈਨੇਡਾ ਦਾ ਆਪਣਾ ਵੀ ਕਨਸੈਪਟ ਹੈ। ਬੜੇ ਲੋਕ ਗੱਡੀਆਂ 'ਚ ਸੌਂਦੇ ਨੇ ਜਾਂ ਮੰਗਣ ਐਟਲੀਸਟ ਬਾਹਰ ਨਹੀਂ ਆਉਂਦੇ, ਲੇਕਿਨ ਐਕਚੁਅਲੀ ਉਹ ਹੋਮਲੈਸ ਹੀ ਹੁੰਦੇ ਨੇ। ਇਹ ਗੱਲ ਤੁਹਾਡੀ ਠੀਕ ਹੈ। ਨਹੀਂ, ਇਸ ਤੋਂ ਬਿਨਾਂ ਵੀ ਮੈਂ ਤੁਹਾਨੂੰ ਕੁਝ ਦੱਸਦਾ। ਜਿਵੇਂ ਮੈਨੂੰ ਕੁਝ ਗੁਰਦੁਆਰਿਆਂ ਵਾਲੇ ਨਾਲ ਗੱਲਬਾਤ ਹੁੰਦੀ ਹੈ, ਉਹ ਦੱਸਦੇ ਨੇ ਇਸ ਤੋਂ ਬਿਨਾਂ ਨਾ ਸਿਰਫ GTA ਤੋਂ ਬਾਹਰ ਵੀ ਜਿਹੜੇ ਗੁਰਦੁਆਰੇ ਨੇ ਉੱਥੋਂ ਰਿਪੋਰਟਸ ਨੇ।
ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਆ ਕੇ ਗੁਰਦੁਆਰਿਆਂ 'ਚ ਰਹਿੰਦੇ ਨੇ ਤੇ ਉਹਨਾਂ ਨੂੰ ਦੱਸਦੇ ਨੇ ਕਿ ਸਾਡੇ ਕੋਲ ਜਿਹੜਾ ਹੈ ਕੋਈ ਰਹਿਣ ਲਈ ਪਤਾ ਟਿਕਾਣਾ ਹੈ ਨਹੀਂ, ਕੋਈ ਥਾਂ ਹੈ ਨਹੀਂ। ਕਈ ਵਾਰ ਇਹ ਟੈਂਪਰੇਰੀ ਹੋਮਲੈਸਨੈਸ ਹੁੰਦੀ ਹੈ। ਫੋਰ ਐਗਜ਼ਾਮਪਲ ਕੋਈ ਕਹਿੰਦਾ ਜੀ ਮੇਰੇ ਕੋਲ ਮੈਨੂੰ ਮਹੀਨਾ ਕੁ ਰੱਖ ਲਓ, ਮੈਨੂੰ 2 ਮਹੀਨੇ ਰੱਖ ਲਓ, ਤੇ ਇਹੋ ਜਿਹੇ ਬਹੁਤ ਕੇਸ ਨੇ। ਇੱਕ ਤਾਂ ਹੈਗੇ ਨੇ ਜਿਹੜੇ ਸ਼ੈਲਟਰਾਂ 'ਚ ਚਲੇ ਗਏ ਜੀ, ਇੱਕ ਸ਼ੈਲਟਰਾਂ ਤੋਂ ਬਿਨਾਂ ਜਿਹੜੇ ਥੋੜੀ ਦੇਰ ਲਈ ਹੋਮਲੈਸ ਹੁੰਦੇ ਨੇ। ਕਈ ਵਾਰ ਹੋਮਲੈਸਨੈਸ ਇਦਾਂ ਹੁੰਦੀ ਹੈ ਕਿ ਜਿੱਥੇ ਤੁਸੀਂ ਰਹਿ ਰਹੇ ਸੀ ਉੱਥੇ ਤੁਹਾਨੂੰ ਕੱਢ ਦਿੱਤਾ ਗਿਆ, ਤੁਹਾਨੂੰ ਕੋਈ ਨਵੀਂ ਥਾਂ ਅਜੇ ਨਹੀਂ ਮਿਲੀ, ਤੇ ਤੁਸੀਂ ਉਹ ਜਿਹੜੀ ਵਿਚਾਲਲਾ ਪੀਰੀਅਡ ਹੈ ਤੁਹਾਡਾ, ਉਹ ਤੁਸੀਂ ਫਿਰ ਕਿਸੇ ਇਸ ਤਰ੍ਹਾਂ ਕਿਸੇ ਗੁਰਦੁਆਰੇ 'ਚ ਜਾਂ ਕਿਸੇ ਵੀ ਤਰੀਕੇ ਨਾਲ ਕੱਢ ਰਹੇ ਹੋ, ਤੇ ਜਾਂ ਤੁਹਾਡੇ ਕੋਲ ਰਹਿਣ ਲਈ ਕੋਈ ਥਾਂ ਨਹੀਂ ਆਪਣੀ, ਤੁਸੀਂ ਐਵੇਂ ਕਿਸੇ ਕੋਲ ਮਹਿਮਾਨ ਬਣ ਕੇ ਰਹਿ ਰਹੇ ਹੋ। ਜੀ ਹਾਂ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਕਿਉਂਕਿ ਮੈਂ ਵੀ ਸੈਡਬਰੀ ਤੇ ਟਿਮਿੰਸ ਦੇ ਜਦੋਂ ਗੁਰਦੁਆਰੇ ਖੁੱਲੇ ਉਹਨਾਂ ਦੀ ਇੱਕ ਰਿਪੋਰਟਸ ਪੜ੍ਹ ਰਿਹਾ ਸੀਗਾ, ਤੇ ਉਹਨਾਂ ਨੇ ਵੀ ਦੱਸਿਆ ਕਿ ਖੁੱਲ੍ਹਦਿਆਂ ਸਾਰ ਹੀ ਸਾਡੇ ਜਿਹੜੇ 4-5-6 ਕਮਰੇ ਸੀਗੇ ਉਹ ਤਾਂ ਫੁੱਲ ਹੋ ਹੀ ਗਏ, ਪਰ ਇੰਨੇ ਹੋਰ ਨਵੇਂ ਸਟੂਡੈਂਟਸ ਆ ਰਹੇ ਸੀਗੇ ਕਿ ਅਸੀਂ ਮੇਨ ਹਾਲ 'ਚ ਮੈਟਰਸਿਸ ਲਾਉਣ ਦੀ ਸੋਚੀ। ਸੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਇਹ ਪ੍ਰੋਬਲਮ ਵੱਧਦੀ ਜਾ ਰਹੀ ਹੈ। ਔਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ, ਇਹ ਹੁਣ ਕੋਈ ਅੱਜ ਦੀ ਗੱਲ ਨਹੀਂ ਹੈ, ਇਹ ਕਈ ਸਾਲ ਪਹਿਲਾਂ ਦੀ ਗੱਲ ਹੈ, ਮੇਬੀ 4-5 ਸਾਲ ਪਹਿਲਾਂ ਦੀ ਗੱਲ ਹੋਊਗੀ। ਇੱਕ ਗੁਰਦੁਆਰੇ 'ਚ, ਮੈਂ ਗੁਰਦੁਆਰੇ ਦਾ ਨਾਮ ਨਹੀਂ ਲਵਾਂਗਾ, ਤੇ GTH ਗੁਰਦੁਆਰਾ, ਉਹਨਾਂ ਦੇ ਪ੍ਰਬੰਧਕਾਂ ਨੇ ਮੈਨੂੰ ਦੱਸਿਆ, ਕਿਉਂਕਿ ਉਹਨਾਂ ਦੇ ਕੁਝ ਡਿਸਪਿਊਟ ਹੋ ਗਿਆ ਸੀ ਲੰਗਰ ਪਿੱਛੇ, ਕਿਉਂਕਿ ਜਿਹੜੇ ਸਟੂਡੈਂਟ ਨੇ ਬਹੁਤ ਵੱਡੀ ਗਿਣਤੀ 'ਚ ਲੰਗਰ ਜਿਹੜਾ ਹੈ ਉਸ ਲੰਗਰ ਤੇ ਗੁਰਦੁਆਰੇ ਦੇ ਲੰਗਰ ਤੇ ਨਿਰਭਰ ਹੁੰਦੇ ਨੇ ਜੀ। ਉੱਥੇ ਉਹਨਾਂ ਨੇ ਦੱਸਿਆ ਕਿ ਵੀ ਸਟੂਡੈਂਟ ਦਾ ਇੱਕ ਸੈਕਸ਼ਨ ਇਹੋ ਜਿਹਾ ਜਿਨ੍ਹਾਂ ਕੋਲ ਕੋਈ ਰਹਿਣ ਲਈ ਥਾਂ ਨਹੀਂ ਹੈ। ਉਦੋਂ ਇਹ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਹੋਮਲੈਸਨੈਸ ਦੀ ਕੋਈ ਪ੍ਰੋਬਲਮ ਹੋਏਗੀ। ਮੇਰੇ ਲਈ ਬੜੀ ਇਹ ਸ਼ੌਕਿੰਗ ਇਨਫੋਰਮੇਸ਼ਨ ਸੀ। ਉਹ ਕਹਿੰਦੇ ਜਿਹੜਾ ਇੱਕ ਹਿੱਸਾ ਇਹੋ ਜਿਹਾ ਜਿਨ੍ਹਾਂ ਕੋਲ ਕੋਈ ਪਤਾ ਟਿਕਾਣਾ ਨਹੀਂ ਹੈ, ਉਹ ਪਹਿਲਾਂ ਤੇ ਆ ਕੇ ਸ਼ਾਮ ਤੱਕ ਜਿੰਨੀ ਦੇਰ ਤੱਕ ਹੋ ਸਕਿਆ ਗੁਰਦੁਆਰੇ ਬੈਠੇ ਰਹਿੰਦੇ ਨੇ। ਫਿਰ ਜਦੋਂ ਸਾਡਾ ਗੁਰਦੁਆਰਾ ਸਾਡਾ ਜਿਹੜਾ ਲੰਗਰ ਹਾਲ ਹੈ ਉਹ ਬੰਦ ਕਰਨ ਦਾ ਟਾਈਮ ਆਉਂਦਾ, ਫਿਰ ਉਹ ਉੱਠ ਕੇ ਚਲੇ ਜਾਂਦੇ ਨੇ, ਤੇ ਉਹਨਾਂ ਨੇ 3-4 ਘੰਟੇ ਟਿਮ ਹਾਰਟਨ ਤੇ ਲਾਉਣੇ ਹੁੰਦੇ ਨੇ, ਤੇ ਫਿਰ ਜਦੋਂ ਸਵੇਰੇ 3 ਵਜੇ ਗੁਰੂ ਘਰ ਖੁੱਲਿਆ ਉਹਨਾਂ ਨੇ ਫਿਰ ਆ ਜਾਣਾ ਹੁੰਦਾ। ਸੋ ਉਹ ਮੈਂ ਪੁੱਛਿਆ ਵੀ ਇਹ ਕਿੰਨੇ ਕੁ ਹੋਣਗੇ ਜਿਹੜੇ ਤੁਹਾਡੇ ਕੋਲ ਆਉਂਦੇ ਨੇ? ਕਹਿੰਦੇ 3-4% ਤੇ ਹੋਣਗੇ। ਹੁਣ ਮੈਨੂੰ ਨਹੀਂ ਪਤਾ ਐਗਜ਼ੈਕਟ ਨੰਬਰ ਕੀ ਹੈ। ਸੋ ਇਹ ਗੱਲ ਮੈਂ 5-4 ਸਾਲ ਪਹਿਲਾਂ ਸੁਣੀ ਸੀ, ਪਰ ਇਹਨਾਂ ਗੱਲਾਂ ਨੂੰ ਕਿਉਂਕਿ ਇਹਨਾਂ ਨੂੰ ਕੋਈ ਕਨਫਰਮ ਕਰਨ ਨੂੰ ਤਿਆਰ ਨਹੀਂ ਹੁੰਦਾ, ਇਹਦੇ ਬਾਰੇ ਕੋਈ ਸਾਹਮਣੇ ਆ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੁੰਦਾ, ਇਸ ਕਰਕੇ ਕਹਾਣੀਆਂ ਟਕੀਆਂ ਰਹਿੰਦੀਆਂ ਜੀ। ਸੋ ਪ੍ਰੋਬਲਮ ਇਹ ਕਾਫੀ ਵੱਡੀ ਆ ਜੀ। ਪਰ ਇੱਕ ਤਾਂ ਚਲੋ ਇਹ ਹਿੱਸਾ ਹੋ ਗਿਆ ਵੀ ਕਿਸੇ ਨੇ ਘਰੋਂ ਕੱਢਤਾ, ਨਵਾਂ ਹਜੇ ਤੱਕ ਨਹੀਂ ਮਿਲਿਆ, ਜਿਹੜੀ ਅਸੀਂ ਟੈਂਪਰੇਰੀ ਹੋਮਲੈਸਨੈਸ ਦੀ ਗੱਲ ਕੀਤੀ, ਪਰ ਜਿਵੇਂ ਇਸ ਵੀਡੀਓ 'ਚ ਲੱਗ ਰਿਹਾ ਹੈ ਕਿ ਸ਼ਾਇਦ ਇਹ ਬੱਚਾ ਚਾਹੁੰਦਾ ਹੀ ਨਹੀਂ ਸੀ ਕੋਈ ਕੰਮ ਕਰਾਂ ਜਾਂ ਕੁਛ, ਕਿਉਂਕਿ ਇਹ ਬੰਦਾ ਜਿਹਨੇ ਵੀਡੀਓ ਬਣਾਈ ਹੈ ਉਹ ਆਫਰ ਵੀ ਕਰ ਰਿਹਾ ਕਿ ਮੈਂ ਤੈਨੂੰ ਕੰਮ ਦੇ ਦਿੰਦਾ। ਕਿ ਇਹ ਸਿਰਫ ਇੱਕ ਇਹੋ ਜਿਹੀ ਪ੍ਰੋਬਲਮ ਨਹੀਂ, ਘਰ ਨਹੀਂ ਮਿਲ ਰਹੀ, ਕਿ ਇਸ ਤੋਂ ਵੱਧ ਕੇ ਵੀ ਕੁਝ ਇਸ਼ੂ ਨਹੀਂ? ਉਹਦੇ 'ਚ ਹੁਣ ਹੋਇਆ ਕੀ ਹੈ ਨਾ, ਮਤਲਬ ਇਹਨੂੰ ਪੂਰੇ ਪ੍ਰੋਸੈਸ ਨੂੰ ਦੇਖਣ ਦੀ ਲੋੜ ਹੈ, ਜਿੰਨਾ ਕਿ ਮੈਂ ਇਹਨੂੰ ਸਮਝਿਆ ਜੀ, ਕਿ ਜਦੋਂ ਇਹ ਹੋਮਲੈਸਨੈਸ ਦੀ ਨੌਬਤ ਆਉਂਦੀ ਹੈ ਕੋਈ ਇੱਕ ਦਿਨ 'ਚ ਨਹੀਂ ਆਉਂਦੀ, ਇੱਕ ਪ੍ਰੋਸੈਸ ਹੈ। ਪਹਿਲਾਂ ਲੋਕ ਜਿਵੇਂ ਜਿਹੜੀ ਹੁਣ ਇੱਕ ਰੀਸੈਂਟ ਨੌਜਵਾਨ ਦੀ ਡੈਥ ਹੋਈ ਹੈ, ਇਹਦੀ ਜੇ ਮੈਂ ਕੇਸ ਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ, ਇਹ ਪਹਿਲਾਂ ਫਾਈਨੈਂਸ਼ੀਅਲੀ ਟੁੱਟਿਆ। ਬਿਲਕੁਲ। ਜਦੋਂ ਇਹ ਫਾਈਨੈਂਸ਼ੀਅਲੀ ਟੁੱਟ ਗਿਆ ਕਿਸੇ ਵੀ ਕਾਰਨ ਕਰਕੇ, ਕੁਝ ਚਾਹੇ ਇਹਦੀਆਂ ਆਪਣੀਆਂ ਗਲਤੀਆਂ ਹੋਣ ਜਾਂ ਜੋ ਵੀ, ਆਪਾਂ ਉਸ ਡੀਟੇਲ 'ਚ ਨਾ ਜਾਈਏ, ਫਿਰ ਇਸ ਨੂੰ ਸਟ੍ਰੈਸ ਹੋ ਗਿਆ, ਬਹੁਤ ਪਰੇਸ਼ਾਨ ਰਹਿਣ ਲੱਗ ਗਿਆ। ਉਸ ਪਰੇਸ਼ਾਨੀ ਦੀ ਸਿਚੁਏਸ਼ਨ 'ਚ ਕਈ ਵਾਰ ਬੰਦਾ ਡਰੱਗ ਲੈਣਾ ਸ਼ੁਰੂ ਕਰ ਦਿੰਦਾ। ਬਿਲਕੁਲ। ਅੱਛਾ, ਫਿਰ ਮਾਨਸਿਕ ਤੌਰ ਤੇ ਡਿਪਰੈਸ਼ਨ 'ਚ ਚਲੇ ਜਾਂਦਾ ਜੀ। ਤੇ ਜਦੋਂ ਤੁਸੀਂ ਇਸ ਤਰ੍ਹਾਂ ਮਾਨਸਿਕ ਤੌਰ ਤੇ ਇੱਕ ਕਿਸਮ ਦਾ ਨਕਾਰਾ ਹੋ ਜਾਂਦੇ ਹੋ, ਉਦੋਂ ਫਿਰ ਤੁਸੀਂ ਮੰਗਣ ਦੀ ਸਿਚੁਏਸ਼ਨ 'ਚ ਜਾਂ ਸ਼ੈਲਟਰ 'ਚ ਰਹਿਣ ਦੀ ਸਿਚੁਏਸ਼ਨ 'ਚ ਪਹੁੰਚਦੇ ਹੋ। ਬਿਲਕੁਲ। ਸੋ ਆਪਾਂ ਦੇਖ ਰਹੇ ਹਾਂ ਉਹਨੂੰ ਅੱਜ, ਉਹਦੇ ਪਿੱਛੇ ਕਹਾਣੀ ਕੀ ਹੈ ਇਹ ਸਾਨੂੰ ਨਜ਼ਰ ਨਹੀਂ ਆ ਰਹੀ। ਇਸ ਕਰਕੇ ਕਈ ਵਾਰ ਮੈਂ ਦੇਖਿਆ ਲੋਕ ਉਪਦੇਸ਼ ਦੇਣਾ ਸ਼ੁਰੂ ਕਰ ਦਿੰਦੇ ਨੇ ਕਿ ਜੀ ਇਹ ਕੰਮ ਕਿਉਂ ਨਹੀਂ ਕਰਦਾ, ਉਹ ਕਿਉਂਕਿ ਉਹਨਾਂ ਨੂੰ ਉਹਦੀ ਕਹਾਣੀ ਨਹੀਂ ਪਤਾ। ਕੋਈ ਬੰਦਾ ਮੰਗਣ ਦੀ ਨੌਬਤ, ਜਿਹੜੀ ਇੱਕ ਪੰਜਾਬ ਦਾ ਮੁੰਡਾ ਜੇ ਮੰਗਣ ਤੇ ਪਹੁੰਚ ਰਿਹਾ ਤੇ ਕੋਈ ਇੱਕੋ ਦਿਨ 'ਚ ਨਹੀਂ ਪਹੁੰਚਿਆ, ਉਹਦੇ ਪਿੱਛੇ ਇੱਕ ਕਹਾਣੀ ਹੈ। ਸੋ ਇਹ ਕਹਾਣੀਆਂ ਨੇ ਜਿਹੜੀਆਂ ਬੇਸਿਕਲੀ ਜਿੰਨਾ ਕਿ ਮੈਨੂੰ ਸਮਝ ਆਇਆ, ਇਹ ਆਰਥਿਕ ਤੌਰ ਤੇ ਟੁੱਟਣ ਦੀਆਂ ਕਹਾਣੀਆਂ ਪਹਿਲਾਂ। ਮੈਨੂੰ ਲੱਗਦਾ ਤੁਸੀਂ ਬਹੁਤ ਹੀ ਇੱਕ ਇੰਪੋਰਟੈਂਟ ਗੱਲ ਕਰਤੀ, ਕਿਉਂਕਿ ਅਸੀਂ ਕੋਈ ਵੀ ਐਵੇਂ ਬੱਚਾ ਜਾਂ ਕਿਸੇ ਨੂੰ ਵੀ ਦੇਖਦੇ ਤਾਂ ਅਸੀਂ ਕਹਿੰਦੇ ਯਾਰ ਇਹ ਮੰਗਦਾ ਕਿਉਂ ਪਿਆ। ਸੋ ਤੁਸੀਂ ਇੱਕ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ ਕਿ ਅਸੀਂ ਥੋੜੇ ਇਸ ਨੂੰ ਸੈਂਸਿਟਿਵਲੀ ਵੀ ਦੇਖੀਏ ਤਾਂ ਇਹਦੇ ਪਿੱਛੇ ਹੋਰ ਬਹੁਤ ਗੱਲਾਂ ਹੋ ਸਕਦੀਆਂ। ਤੇ ਜਿਹੜੀ ਗੱਲ ਤੇ ਮੈਂ ਸ਼ਾਇਦ ਆਉਣਾ ਚਾਹੁੰਦਾ ਸੀਗਾ, ਤੁਸੀਂ ਛੋਇਆ ਹੈ ਉਹਨੂੰ, ਡਰੱਗਸ ਦੀ ਗੱਲ। ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਸਾਡੇ ਮੁੰਡਿਆਂ 'ਚ, ਸਾਡੇ ਬੱਚਿਆਂ 'ਚ ਇੱਥੇ ਡਰੱਗਸ ਵੱਧ ਰਹੇ ਨੇ। ਫਿਰ ਜਦੋਂ ਅਸੀਂ ਉਹਨੂੰ ਹੋਮਲੈਸਨੈਸ ਨਾਲ ਰਿਲੇਟ ਕਰਦੇ ਹਾਂ, ਮੈਨੂੰ ਲੱਗਦਾ ਮੁੰਡੇ ਜਦੋਂ ਇਕੱਠੇ ਰਹਿੰਦੇ ਆ, ਅਸੀਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ ਕਿ ਬੇਸਮੈਂਟਾਂ 'ਚ ਰਹਿੰਦੇ ਆ, ਕੋਈ ਇੱਕ ਜਿਵੇਂ ਕਹਿੰਦੇ ਪੀਅਰ ਪ੍ਰੈਸ਼ਰ 'ਚ ਪੈ ਜਾਂਦਾ ਹੈ, ਨਸ਼ਿਆਂ 'ਚ ਪੈ ਜਾਂਦਾ ਹੈ, ਕੰਮ ਨਹੀਂ ਕਰਦਾ, ਆਪਣੇ ਪੈਸੇ ਗਵਾ ਦਿੰਦਾ, ਉਹ ਵੀ ਇਹ ਪੂਰੇ ਸਾਈਕਲ ਨਾਲ ਵੀ ਹੋਮਲੈਸਨੈਸ ਵੱਲ ਵੱਧ ਸਾਰਾ ਕੁਝ ਜੁੜਿਆ ਹੋਇਆ ਆਪਸ 'ਚ। ਪਹਿਲੀ ਗੱਲ ਤੇ ਇਹ ਹੈ ਕਿ ਇਹ ਹੁਣ ਬੜੀ ਮੁਸ਼ਕਲ ਹੈ ਪੰਜਾਬ ਦੇ ਲੋਕਾਂ ਨੂੰ ਗੱਲ ਸਮਝਾਉਣੀ ਕਿ ਸਟੂਡੈਂਟ ਦੇ ਤੌਰ ਤੇ ਆ ਕੇ ਇੱਥੇ ਪੜ੍ਹ ਕੇ ਆਪਣੇ ਖਰਚੇ ਪੂਰੇ ਕਰਨੇ, ਨਾਲ ਕੰਮ ਵੀ ਕਰਨਾ ਹੈ, ਮੁੜ ਕੇ ਜਿਹੜਾ ਤੁਸੀਂ ਕਰਜ਼ਾ ਲੈ ਕੇ ਆਏ ਹੋ ਉਹ ਵੀ ਉਤਾਰਨਾ, ਇਹ ਕੋਈ ਸੌਖਾ ਕੰਮ ਨਹੀਂ, ਬਿਲਕੁਲ ਨਹੀਂ ਹੈ। ਔਰ ਜੇ ਤੁਸੀਂ 17-18 ਸਾਲ ਦੇ ਬੱਚੇ ਨੂੰ ਇਸ ਖੂਹ 'ਚ ਸੁੱਟੋਗੇ, ਇਸ ਸਮੁੰਦਰ 'ਚ ਸੁੱਟੋਗੇ, ਤਾਂ ਉਹਦੇ ਲਈ ਇੰਨੇ ਪ੍ਰੈਸ਼ਰ
ਬਰਦਾਸ਼ਤ ਕਰਨੇ ਕੋਈ ਆਸਾਨ ਕੰਮ ਨਹੀਂ। ਖਾਸ ਕਰਕੇ ਸਾਡੇ ਬੱਚੇ ਜਿਹੜੇ ਘਰਾਂ 'ਚ ਸ਼ਾਇਦ ਬਿਲਕੁਲ ਹੀ ਕੰਮ ਨਹੀਂ ਕੀਤਾ ਹੁੰਦਾ, ਇੱਥੇ ਇੱਕਦਮ ਆ ਕੇ ਸਭ ਕੁਝ ਕਰਨਾ ਪੈਂਦਾ। ਇਹ ਬਹੁਤ ਮੁਸ਼ਕਲ ਕੰਮ ਹੈ। ਔਰ ਇਸ ਗੱਲ ਨੂੰ ਸਿਰਫ ਅਸਲ ਵਿੱਚ ਪ੍ਰੋਬਲਮ ਕੀ ਹੈ ਕਿ ਉੱਥੇ ਬੈਠੇ ਸਿਰਫ ਜਿਹੜੇ ਇੰਸਟਾਗ੍ਰਾਮ ਤੇ ਟਿਕਟੌਕ ਦੇ ਵੀਡੀਓਜ਼ ਦੇਖ ਰਹੇ ਨੇ, ਜਿਹੜੇ ਜਾ ਕੇ ਬੀਚਾਂ ਤੇ ਮੁੰਡੇ ਬਣਾਉਂਦੇ ਨੇ ਜਾਂ ਜਿਹੜੀਆਂ ਇਹ ਫੈਂਸੀ ਕਾਰਾਂ ਖਰੀਦਦੇ ਨੇ, ਜਿਹੜੀ ਉਹਨਾਂ ਦੇ ਪਿੱਛੇ ਰਿਐਲਿਟੀ ਹੈ, ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ। ਕਿਉਂਕਿ ਪ੍ਰੋਬਲਮ ਹੈ ਇਸ ਵੇਲੇ ਰੈਂਟ ਇੰਨੇ ਜ਼ਿਆਦਾ ਨੇ, ਜਿਹੜੇ ਇੱਥੇ ਲੋਕ ਫੁੱਲ ਟਾਈਮ ਫੈਮਿਲੀਜ਼ ਰਹਿੰਦੀਆਂ ਨੇ, ਜਿਵੇਂ ਮੰਨਿਆ ਕੋਈ PR ਤੇ ਫੈਮਿਲੀ ਆਈ, ਦੋਨੇ ਮੀਆਂ ਬੀਵੀ ਨੇ, ਦੋਵੇਂ ਕੰਮ ਕਰ ਰਹੇ ਨੇ, ਉਹਨਾਂ ਲਈ ਵੀ ਕਿਰਾਏ ਤੇ ਰਹਿਣਾ ਮੁਸ਼ਕਲ ਹੋਇਆ ਪਿਆ। ਬਿਲਕੁਲ ਕਿਰਾਏ ਇੰਨੇ ਵੱਧ ਗਏ ਨੇ। ਹੁਣ ਇੱਕ ਸਟੂਡੈਂਟ ਜਿਹੜਾ ਜਿਹਨੇ ਪੜ੍ਹਨਾ ਵੀ ਹੈ ਤੇ ਨਾਲ ਜਿਹਨੇ ਪਾਰਟ ਟਾਈਮ ਕੰਮ ਕਰਨਾ, ਉਹਨਾਂ ਲਈ ਇੱਥੋਂ ਦੇ ਕਿਰਾਏ ਅਫੋਰਡ ਕਰਨੇ ਹੁਣ ਕੋਈ ਮਤਲਬ ਉਹਨਾਂ ਦੀ ਰੀਚ ਤੋਂ ਬਾਹਰ ਹੋ ਚੁੱਕਿਆ। ਇਸ ਕਰਕੇ ਫਿਰ ਉਹ ਰਹਿੰਦੇ ਨੇ ਇਕੱਠੇ। ਜਦੋਂ ਹੁਣ ਇਕੱਠੇ ਰਹਿੰਦੇ ਨੇ, ਸ਼ੇਅਰ ਕਰਦੇ ਨੇ, ਉਹਨਾਂ 'ਚ ਹਰ ਤਰ੍ਹਾਂ ਦੇ ਮੁੰਡੇ ਹੁੰਦੇ ਆ। ਤੇ ਫਿਰ ਉਹਨਾਂ ਦੇ ਸਾਰਿਆਂ ਦੀਆਂ ਆਪੋ ਆਪਣੀਆਂ ਆਦਤਾਂ ਹੁੰਦੀਆਂ। ਫਿਰ ਜਦੋਂ ਉਹ ਇਕੱਠੇ ਹੋ ਕੇ ਇੱਕ ਆਦਤਾਂ ਵਿਗੜਦੀਆਂ ਵੀ ਨੇ ਕਈ ਵਾਰ। ਤੇ ਦੂਸਰਾ ਇਹ ਵੀ ਪ੍ਰੋਬਲਮ ਹੈ ਕਿ ਜਦੋਂ ਹੁਣ ਉਹ ਜਿਸ ਤਰੀਕੇ ਦਾ ਉਹਨਾਂ ਦਾ ਰਹਿਣ ਸਹਿਣ ਹੁੰਦਾ, ਉਹਨਾਂ ਨੂੰ ਫਿਰ ਹੁਣ ਰੈਂਟਿੰਗ ਦੀ ਵੀ ਪ੍ਰੋਬਲਮ ਆ ਰਹੀ ਹੈ। ਉਹਨਾਂ ਨੂੰ ਹਰ ਫੈਮਿਲੀ ਆਪਣੀ ਬੇਸਮੈਂਟ ਜਾਂ ਆਪਣਾ ਅਪਾਰਟਮੈਂਟ ਰੈਂਟ ਤੇ ਦੇਣ ਲਈ ਤਿਆਰ ਨਹੀਂ ਹੁੰਦਾ। ਇਸ ਕਰਕੇ ਉਹਨਾਂ ਦੀਆਂ ਆਪਸ਼ਨਸ ਹੋਰ ਘਟ ਜਾਂਦੀਆਂ ਨੇ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਉਹਨਾਂ ਦੀ ਪ੍ਰੋਬਲਮ ਨੂੰ ਹੋਰ ਕੰਪਲਿਕੇਟਡ ਬਣਾ ਦਿੰਦੀਆਂ। ਸੋ ਇਸ ਕਰਕੇ ਕਈ ਵਾਰ ਇਹਨੂੰ ਈਵਨ ਸਾਨੂੰ ਕੈਨੇਡੀਅਨ ਪੋਲੀਟੀਸ਼ੀਅਨ ਨੂੰ ਵੀ ਇਹ ਗੱਲ ਕਨਵੇ ਕਰਨੀ ਬੜੀ ਮੁਸ਼ਕਲ ਹੋ ਜਾਂਦੀ, ਕਿਉਂਕਿ ਜਿਹੜਾ ਬੰਦਾ ਇਹਨਾਂ ਨਾਲ ਡੀਲ ਕਰਦਾ, ਜਿਸ ਹਾਲਾਤ ਦੇ ਵਿੱਚ ਬੱਚੇ ਰਹਿੰਦੇ ਨੇ, ਉਹੀ ਇਸ ਨੂੰ ਚੀਜ਼ ਨੂੰ ਸਮਝ ਸਕਦਾ। ਦੂਰੋਂ ਇਹ ਸਮਝਣੀ ਵੀ ਬੜੀ ਮੁਸ਼ਕਲ ਹੈ। ਬਿਲਕੁਲ ਸਹੀ ਗੱਲ ਹੈ। ਤੇ ਅਸੀਂ ਮੈਨੂੰ ਲੱਗਦਾ ਹੁਣ ਇਸ ਗੱਲ ਵੱਲ ਵੱਧ ਸਕਦੇ ਹਾਂ ਕਿ ਜਿਹੜੀਆਂ ਚੀਜ਼ਾਂ ਨੂੰ ਅਸੀਂ ਪੋਜ਼ਿਟਿਵ ਦੇਖ ਰਹੇ ਹਾਂ, ਕੈਨੇਡਾ ਦੀ ਪੜ੍ਹਾਈ ਜਾਂ ਕੈਨੇਡਾ ਨੇ ਹੁਣ 20 ਤੋਂ 40 ਘੰਟੇ ਅਲਾਓ ਕਰਤਾ ਹੈ ਸਟੂਡੈਂਟ ਵੀਜ਼ੇ ਤੇ ਕੰਮ ਕਰਨਾ, ਇਹ ਐਕਚੁਅਲੀ ਸ਼ਾਇਦ ਇੰਨੇ ਪੋਜ਼ਿਟਿਵ ਹੈ ਨਹੀਂ ਗੇ। ਦੇਖੋ ਜੀ, ਹੁਣ ਜੇ ਤਾਂ ਤੁਸੀਂ ਕਮਿਊਨਿਟੀ ਨੂੰ ਪੁੱਛੋ, ਸੱਚਾਈ ਤਾਂ ਤੁਹਾਨੂੰ ਉੱਥੋਂ ਪਤਾ ਲੱਗੇਗੀ ਕਿ ਇਸ ਵੇਲੇ ਸਿਚੁਏਸ਼ਨ ਕੀ ਹੈ। ਪਹਿਲੀ ਗੱਲ ਤੇ ਸਟੂਡੈਂਟ ਦੇ ਉੱਤੇ ਆਪਣਾ ਪ੍ਰੈਸ਼ਰ ਕਿੰਨਾ। ਬਿਲਕੁਲ। ਫਿਰ ਉਸ ਪ੍ਰੈਸ਼ਰ ਦੇ ਵਿੱਚੋਂ ਕੁਝ ਸਟੂਡੈਂਟਸ ਦੀਆਂ ਆਦਤਾਂ, ਕਿਉਂਕਿ ਯੰਗ ਨੇ, ਬੱਚੇ ਨੇ, ਤੇ ਫਿਰ ਬਾਹਰ ਆ ਗਏ ਨੇ ਘਰ ਤੋਂ, ਘਰ ਦਾ ਵੀ ਕੋਈ ਡਰ ਨਹੀਂ ਹੈ। ਫਿਰ ਕਿਤੇ ਨਾ ਕਿਤੇ ਸਾਈਕੋਲੋਜੀਕਲੀ ਉਹਨਾਂ ਨੂੰ ਇਹ ਵੀ ਲੱਗਦਾ ਕਿ ਉਹ ਕੈਨੇਡਾ 'ਚ ਆ ਗਏ ਨੇ ਤੇ ਉਸ ਚੀਜ਼ ਨੂੰ ਇੰਜੋਏ ਵੀ ਕਰਨਾ ਚਾਹੁੰਦੇ ਨੇ ਥੋੜਾ ਜਿਹਾ ਕੁਝ। ਅੱਧੀ ਕੁ ਜ਼ਿੰਦਗੀ ਤਾਂ ਹੁਣ ਅੱਜ ਕੱਲ੍ਹ ਬੰਦਾ ਸੋਸ਼ਲ ਮੀਡੀਆ ਲਈ ਜਿਉਂਦਾ। ਬਿਲਕੁਲ, ਹੈ ਨਾ, ਫੋਟੋਆਂ ਕ੍ਰੀਏਟ ਕਰਨ ਲਈ, ਵੀਡੀਓ ਕ੍ਰੀਏਟ ਕਰਨ ਲਈ। ਉਸ ਚੱਕਰ 'ਚ ਜਿਵੇਂ ਉਹ ਮਹਿੰਗੀਆਂ ਕਾਰਾਂ ਖਰੀਦਦੇ ਨੇ, ਉਹ ਮਹਿੰਗੀਆਂ ਕਾਰਾਂ ਹੀ ਕਈ ਵਾਰ ਉਹਨਾਂ ਲਈ ਮੁਸੀਬਤ ਬਣ ਜਾਂਦੀਆਂ ਨੇ। ਬਿਲਕੁਲ। ਜਿਵੇਂ ਬਹੁਤ ਸਾਰੇ ਕੇਸਾਂ ਨੂੰ ਜੇ ਤੁਸੀਂ ਸਟੱਡੀ ਕਰੋ ਨਾ, ਉਹਨਾਂ ਨੇ ਜਿਹੜੇ ਇਸ ਤਰ੍ਹਾਂ ਦੇ ਫਜ਼ੂਲ ਖਰਚੇ ਕਰ ਲਈ ਨਾ, ਵਧਾ ਲਈ ਆਪਣੇ ਸਿਰ ਤੇ, ਜਿਸ ਤਰ੍ਹਾਂ ਦੀਆਂ ਮਹਿੰਗੀਆਂ ਕਾਰਾਂ ਉਹਨਾਂ ਨੇ ਕਰਜ਼ੇ ਚੁੱਕ ਕੇ ਲੈਂਦੇ ਨੇ, ਇਹ ਹੀ ਬਹੁਤ ਸਾਰੇ ਸਟੂਡੈਂਟਸ ਦੀ ਬਰਬਾਦੀ ਦਾ ਕਾਰਨ ਬਣ ਰਿਹਾ। ਇਸ ਜਿਹੜੇ ਮੈਨੂੰ ਇੱਕ ਸਟੂਡੈਂਟ ਨੇ ਦੱਸਿਆ, ਉਹਨੇ ਆਪਣੀ ਕਹਾਣੀ ਦੱਸੀ, ਸਾਰੇ ਤੇ ਕਨਫੈਸ ਵੀ ਨਹੀਂ ਕਰਦੇ। ਹੁਣ ਉਹ ਥੋੜਾ ਜਿਹਾ ਮੈਚਿਓਰ ਹੋ ਗਿਆ, ਨਿਕਲ ਆਇਆ, ਉਸ ਨੂੰ 5-4 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਕਿ ਮੈਂ ਵੀ ਇਸੇ ਤਰ੍ਹਾਂ ਆਲੇ ਦੁਆਲੇ ਨੂੰ ਦੇਖ ਕੇ ਆਪਣੇ ਇੱਕ ਕਾਰ ਲੈ ਲਈ ਜਿਹੜੀ ਕਿ ਮੈਂ ਅਫੋਰਡ ਨਹੀਂ ਸੀ ਕਰ ਸਕਦਾ। ਤੇ ਉਹ ਕਹਿੰਦਾ ਵੀ ਮੈਨੂੰ ਉਹ ਕਾਰ ਆਪਣੇ ਗਲੋਂ ਲਾਉਣੀ ਮੁਸ਼ਕਲ ਹੋ ਗਈ ਤੇ ਬੜੀ ਮੁਸ਼ਕਲ ਨਾਲ ਮੈਂ ਕਹਿੰਦਾ ਉਹਦੇ ਚੋਂ ਨਿਕਲ ਸਕਿਆ। ਪਰ ਕਹਿੰਦਾ ਮੈਂ ਹੋਰਾਂ ਨੂੰ ਜਾਣਦਾ ਜਿਨ੍ਹਾਂ ਨੇ ਫਿਰ ਉਹ ਕਾਰ ਗਲੋਂ ਲਾਉਣ ਲਈ ਕਾਰ ਚੋਰੀ ਕਰਵਾਈ, ਕਿਸੇ ਨੇ ਮਤਲਬ ਉਸ ਚੱਕਰ ਦੇ ਵਿੱਚ ਉਹ ਬਿਲਕੁਲ ਹੀ ਕਰਜ਼ਾਈ ਹੋ ਗਿਆ, ਫਾਈਨੈਂਸ਼ੀਅਲੀ ਬਿਲਕੁਲ ਹੀ ਟੁੱਟ ਗਿਆ, ਟੁੱਟ ਕੇ ਫਿਰ ਉਹ ਕ੍ਰਾਈਮ 'ਚ ਪੈ ਗਿਆ ਜਾਂ ਕੋਈ ਨਸ਼ੇ 'ਚ ਪੈ ਗਿਆ। ਸੋ ਇਸ ਤਰ੍ਹਾਂ ਦੀਆਂ ਵੀ ਇਹ ਵੀ ਪੱਖ ਹੈ ਇੱਕ। ਬਿਲਕੁਲ, ਮੈਨੂੰ ਲੱਗਦਾ ਇਸ ਗੱਲ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਇਸ ਲਈ ਵੀ ਸਮਝ ਸਕਦਾ ਕਿਉਂਕਿ ਇੰਡੀਆ ਤੋਂ ਜਦੋਂ ਆਉਂਦੇ ਹਾਂ ਅਸੀਂ ਹਮੇਸ਼ਾ ਇਹ ਦੇਖਦੇ ਹਾਂ ਕਿ ਮਹਿੰਗਾ ਫੋਨ, ਮਹਿੰਗੀ ਗੱਡੀ ਲੈਣੀ ਬੜੀ ਮੁਸ਼ਕਿਲ ਹੈ। ਪਰ ਜਿਵੇਂ ਤੁਸੀਂ ਕੈਨੇਡਾ ਆਉਂਦੇ ਹੋ, ਕਿਉਂਕਿ ਕੰਜ਼ਿਊਮਰ ਡਰਿਵਨ ਇਕੋਨਮੀ ਹੈ, ਤੇ ਬੜੇ ਈਜ਼ੀ, ਜਿਵੇਂ ਈਜ਼ੀ ਇੰਸਟਾਲਮੈਂਟਸ ਤੁਹਾਡੇ ਫੋਨ ਦੇ ਬਿੱਲ 'ਚ ਅਸੀਂ ਫੋਨ ਵੀ ਪਾ ਦੇਵਾਂਗੇ, ਨਵਾਂ ਸੈੱਟ ਲੈ ਲਓ, ਜਾਂ ਕਾਰਾਂ ਦੀ ਬੜੀ ਛੋਟੀ ਜਿਹੀ ਇੰਸਟਾਲਮੈਂਟ ਤੁਸੀਂ ਹਰ ਮਹੀਨੇ ਦੇਣੀ ਹੈ। ਸਾਡੀ ਜੌਬ ਲੱਗਦੀ, ਸਾਨੂੰ ਲੱਗਦਾ ਇਹ ਕਿਸ਼ਤ ਅਸੀਂ ਕੱਢ ਹੀ ਲਵਾਂਗੇ। ਪਰ ਫਿਰ ਜਦੋਂ ਤੁਸੀਂ ਉਹ ਚੀਜ਼ ਲੈ ਲੈਂਦੇ ਹੋ, ਉਹਦੀ ਮੇਨਟੇਨੈਂਸ ਵਿੱਚ ਖਾਸ ਕਰਕੇ ਜਿਵੇਂ ਬਰੈਂਪਟਨ ਅਸੀਂ ਜਾਂ GTA ਰੀਜਨ 'ਚ ਦੇਖੀਏ ਤਾਂ ਇੰਸ਼ੋਰੈਂਸ ਇੰਨੀ ਮਹਿੰਗੀ, ਫਿਰ ਉਹਦੀ ਮੇਨਟੇਨੈਂਸ, ਫਿਰ ਇਹ ਸਾਰੀਆਂ ਚੀਜ਼ਾਂ ਜੋ ਕਰਨੀਆਂ ਪੈਂਦੀਆਂ ਨੇ, ਉਹ ਖਰਚੇ ਸ਼ਾਇਦ ਅਸੀਂ ਉਹਦੇ ਨਾਲ ਕੋਪ ਅਪ ਹੀ ਨਹੀਂ ਕਰ ਪਾਉਂਦੇ। ਫਿਰ ਜਦੋਂ ਇਨਫਲੇਸ਼ਨ ਆ ਗਈ ਜਾਂ ਕੋਈ ਹੋਰ ਚੀਜ਼ ਚੇਂਜ ਹੋ ਗਈ, ਪਾਲਿਸੀ ਚੇਂਜ ਹੋ ਗਈ, ਨੌਕਰੀ ਚਲੀ ਗਈ, ਲੇ ਆਫ ਹੋ ਗਿਆ, ਫਿਰ ਜਿਹੜਾ ਫਾਈਨੈਂਸ਼ੀਅਲ ਪ੍ਰੈਸ਼ਰ ਬਣਦਾ, ਤੁਹਾਡੀ ਗੱਲ ਸਹੀ ਹੈ ਕਿ ਉਹ ਫਿਰ ਝੱਲਣਾ ਮੁਸ਼ਕਿਲ ਹੋ ਜਾਂਦਾ। ਹਾਂ, ਬਸ ਹੁਣ ਇਹ ਜਿਹੜੀ ਇਹ ਸਿਚੁਏਸ਼ਨ ਹੈ, ਇਹ ਬੈਕਗ੍ਰਾਉਂਡ ਆਪਾਂ ਤਾਂ ਡਿਸਕਸ ਕਰਨੀ ਵੀ ਇਹ ਸਿਚੁਏਸ਼ਨ ਹੈ ਜਿਹਦੇ ਚੋਂ ਹੋਮਲੈਸਨੈਸ ਦੀ ਪ੍ਰੋਬਲਮ ਪੈਦਾ ਹੋਈ। ਬਿਲਕੁਲ। ਜਦੋਂ ਹੁਣ ਫਾਈਨੈਂਸ਼ੀਅਲੀ ਟੁੱਟ ਗਏ, ਕੋਈ ਰਸਤਾ ਨਾ ਰਿਹਾ, ਉਤੋਂ ਤੁਹਾਡਾ ਜਿਹੜਾ ਸਟੂਡੈਂਟ ਸਟੇਟਸ ਵੀ ਤੁਸੀਂ ਗਵਾ ਲਿਆ ਕਿਉਂਕਿ ਤੁਸੀਂ ਪੜ੍ਹਾਈ ਨਹੀਂ ਪੂਰੀ ਕਰ ਸਕੇ, ਹੁਣ ਤੁਹਾਡਾ ਵਰਕ ਪਰਮਿਟ ਨਹੀਂ ਤੁਹਾਨੂੰ ਮਿਲਿਆ, ਹੁਣ ਤੁਹਾਡਾ ਕੈਨੇਡਾ 'ਚ ਕੋਈ ਸਟੇਟਸ ਨਹੀਂ ਹੈ। ਸੋ ਇੱਕ ਉਹ ਪ੍ਰੈਸ਼ਰ ਹੈ, ਦੂਜਾ ਇਕਨੋਮਿਕ ਪ੍ਰੋਬਲਮ ਹੈ, ਤੀਸਰਾ ਤੁਸੀਂ ਸਰੀਰ ਨੂੰ ਨਸ਼ਿਆਂ ਦਾ ਰੋਗ ਲਾ ਲਿਆ। ਇਸ ਸਾਰੀ ਸਿਚੁਏਸ਼ਨ 'ਚ ਸਿਵਾ ਇਸ ਦੇ ਕਿ ਤੁਸੀਂ ਸ਼ੈਲਟਰ 'ਚ ਰਹੋ ਜਾਂ ਛੋਟੇ-ਮੋਟੇ ਕ੍ਰਾਈਮ ਕਰੋ ਜਾਂ ਤੁਸੀਂ ਆਹ ਸ਼ਾਪਲਿਫਟਿੰਗ ਦੀ ਪ੍ਰੋਬਲਮ ਵੱਧ ਗਈ ਆ, ਹੋਰ ਕ੍ਰਾਈਮ ਵੱਧ ਰਿਹਾ, ਇਹ ਸਾਰੀਆਂ ਚੀਜ਼ਾਂ ਤੋਂ ਸਿਵਾ ਹੋਰ ਕੋਈ ਰਸਤਾ ਨਹੀਂ ਰਹਿੰਦਾ। ਸੋ ਇਸ ਦਾ ਇਹ ਮਸਲਾ ਬੜਾ ਕੰਪਲਿਕੇਟਡ ਹੈ। ਸੋ ਪਰ ਇਹ ਕੰਪਲਿਕੇਟਡ ਹੈ, ਪਰ ਫਿਰ ਇਹਦਾ ਹੁਣ ਹੱਲ ਕੀ ਹੈ? ਅਸੀਂ ਕਿਸ ਪਾਸੇ ਨੂੰ ਵਧੀਏ ਕਿ ਅਸੀਂ ਇਸ ਨੂੰ ਕਿਸੇ ਤਰ੍ਹਾਂ ਟੈਕਲ ਕਰ ਸਕੀਏ ਐਟਲੀਸਟ ਆਪਣੀ ਕਮਿਊਨਿਟੀ? ਦੇਖੋ ਜੀ, ਜਿੱਥੋਂ ਤੱਕ ਸਟੂਡੈਂਟ ਹੋਮਲੈਸਨੈਸ ਦੀ ਗੱਲ ਹੈ, ਇਹ ਤੇ ਬੜਾ ਮਤਲਬ ਬੜੀ ਸਿੱਧੀ ਸਮੱਸਿਆ
ਕਿ ਇਹ ਪ੍ਰੋਗਰਾਮ ਦੀ ਇਹਦੀ ਫੇਲਿਅਰ ਹੈ। ਦੇਖੋ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਜਿਹੜਾ ਇੰਟਰਨੈਸ਼ਨਲ ਸਟੱਡੀ ਪ੍ਰੋਗਰਾਮ ਹੈ, ਆਪਾਂ ਇਹ ਮੰਨ ਕੇ ਚੱਲੀਏ ਇੰਟਰਨੈਸ਼ਨਲ ਸਟੱਡੀ ਪ੍ਰੋਗਰਾਮ ਦਾ ਮਤਲਬ ਹੁੰਦਾ ਹੈ ਕਿ ਸਿਰਫ ਉਹੀ ਫੈਮਿਲੀਜ਼ ਜਾਂ ਉਹਨਾਂ ਫੈਮਿਲੀ ਚੋਂ ਬੱਚੇ ਉੱਥੇ ਪੜ੍ਹਨ ਆਉਂਦੇ ਨੇ ਜਿਹੜੇ ਫਾਈਨੈਂਸ਼ੀਅਲੀ ਠੀਕ ਠਾਕ ਜਿਹੜੇ ਵੈਲ ਆਫ ਹੋਣ, ਜਿਹੜੇ ਇਹ ਅਫੋਰਡ ਕਰ ਸਕਦੇ ਹੋਣ ਕਿ ਆਪਣੇ ਬੱਚੇ ਨੂੰ ਇੰਟਰਨੈਸ਼ਨਲ ਸਟੱਡੀ ਵਾਸਤੇ ਭੇਜ ਸਕਣ। ਬਿਲਕੁਲ। ਤੇ ਕੈਨੇਡਾ ਵੀ ਉਹਨਾਂ ਤੋਂ 4 ਗੁਣਾ ਵੱਧ ਫੀਸ ਚਾਰਜ ਕਰਦਾ। ਹਾਂਜੀ, ਕੈਨੇਡੀਅਨ ਸਟੂਡੈਂਟ ਨਾਲੋਂ 4 ਗੁਣਾ ਵੱਧ ਫੀਸ ਇਹ ਸਟੂਡੈਂਟ ਪੇ ਕਰਦੇ। ਬਿਲਕੁਲ। ਹੁਣ ਜਿਹੜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਮੰਗਵਾਏ ਨੇ, ਜੇ ਉਹ ਹੋਮਲੈਸ ਹੋ ਰਹੇ ਨੇ ਤਾਂ ਇਹਦਾ ਮਤਲਬ ਹੈ ਕੈਨੇਡੀਅਨ ਗਵਰਨਮੈਂਟ ਦਾ ਸਾਰਾ ਪਲਾਨ ਫੇਲ ਹੈ। ਬਿਲਕੁਲ। ਤੁਹਾਨੂੰ ਬਿਲਕੁਲ ਹੀ ਰਿਐਲਿਟੀ ਦਾ ਨਹੀਂ ਪਤਾ। ਤੁਸੀਂ ਸਿਰਫ ਤੇ ਸਿਰਫ ਕਿਉਂਕਿ ਤੁਹਾਨੂੰ ਪੈਸਾ ਆ ਰਿਹਾ ਤੁਹਾਡੀ ਇਕਨੋਮੀ 'ਚ, ਤੁਹਾਡੇ ਕਾਲਜਸ ਨੂੰ ਫੀਸਾਂ ਆ ਰਹੀਆਂ ਨੇ, ਤੁਹਾਡੇ ਇਮੀਗ੍ਰੇਸ਼ਨ ਏਜੰਟਸ ਪੈਸਾ ਬਣਾ ਰਹੇ ਨੇ, ਤੁਹਾਡੇ ਜਿਹੜੇ LMI ਵੇਚਣ ਵਾਲੀ ਇੰਡਸਟਰੀ ਹੈ ਉਹਨਾਂ ਨੂੰ ਪੈਸੇ ਆ ਰਹੇ ਨੇ, ਤੇ ਉਸ ਲੌਬੀ ਦੇ ਅਸਰ ਹੇਠ ਤੁਸੀਂ ਕੁਝ ਵੀ ਰੀਕਨਸੀਡਰ ਕਰਨ ਨੂੰ ਤਿਆਰ ਨਹੀਂ। ਸੋ ਇਹ ਇਸ ਪ੍ਰੋਗਰਾਮ ਦੀ ਫੇਲਿਅਰ ਹੈ। ਜੇ ਇੰਟਰਨੈਸ਼ਨਲ ਸਟੂਡੈਂਟ ਹੋਮਲੈਸ ਹੋ ਰਿਹਾ ਤਾਂ ਇਹ ਸਟੂਡੈਂਟ ਵੀਜ਼ਾ ਪ੍ਰੋਗਰਾਮ ਜੋ ਕੈਨੇਡਾ ਦਾ ਉਸ ਦੀ ਇਹ ਫੇਲਿਅਰ ਹੈ, ਤੇ ਇਸ ਨੂੰ ਰੀਥਿੰਕ ਕਰਨਾ ਚਾਹੀਦਾ, ਇਸ ਨੂੰ ਰੈਸ਼ਨਲਾਈਜ਼ ਕਰਨਾ ਚਾਹੀਦਾ, ਅਤੇ ਸਿਰਫ ਇਹ ਇਨਸ਼ੋਰ ਕਰਨਾ ਚਾਹੀਦਾ ਕਿ ਉਹ ਸਟੂਡੈਂਟ ਹੀ ਆਉਣ ਜਿਹੜੇ ਵਾਕਈ ਹੀ ਸਟੂਡੈਂਟ ਹੋਣ। ਇਹ ਕੈਨੇਡਾ 'ਚ ਦਾਖਲ ਹੋਣ ਦਾ ਕੋਈ ਟੇਢਾ ਰਸਤਾ ਨਾ ਬਣੇ ਜਿਵੇਂ ਕਿ ਹੁਣ ਬਣ ਗਿਆ। ਪਰ ਕੀ ਕੈਨੇਡਾ ਲਈ ਉਹ ਸਕਸੈਸਫੁਲ ਰਹੇਗਾ? ਕੈਨੇਡਾ ਤਾਂ ਇਹ ਇਸ ਲਈ ਵਧਾ ਰਿਹਾ ਕਿਉਂਕਿ ਉਹ ਚਾਹੁੰਦੇ ਹੈ ਕਿ ਯੰਗ ਪੋਪੂਲੇਸ਼ਨ ਉਹਨਾਂ ਕੋਲ ਆਏ, ਏਜ ਹੋ ਰਹੀ ਹੈ ਪੋਪੂਲੇਸ਼ਨ, ਯੰਗ ਪੋਪੂਲੇਸ਼ਨ ਆਏ, ਉਹ ਵਰਕ ਫੋਰਸ ਵਿੱਚ ਐਡ ਕਰਨ। ਜੇ ਕੈਨੇਡਾ ਇਹ ਚੀਜ਼ਾਂ ਕਰੇਗਾ ਜਿਹੜੀ ਆ ਖੁੱਲ ਨਾ ਦੇਗਾ ਕੰਮ ਕਰਨ ਦੀ, ਤਾਂ ਕੈਨੇਡਾ ਦੀ ਆਪਣੀ ਇਕਨੋਮੀ ਦਾ ਨੁਕਸਾਨ ਹੈ ਸ਼ਾਇਦ। ਨਹੀਂ, ਪਰ ਉਸ ਦੇਖੋ ਕੈਨੇਡਾ 'ਚ ਕੋਈ ਬਾਹਰੋਂ ਲੋਕ ਪਹਿਲੀ ਵਾਰ ਥੋੜਾ ਆਉਣ ਲੱਗੇ ਨੇ ਜੀ, ਪਹਿਲਾਂ ਵੀ ਆਉਂਦੇ ਨੇ। ਗੱਲ ਤਾਂ ਹੁੰਦੀ ਕਿ ਜਿਹੜੇ ਉਹ ਪ੍ਰੋਗਰਾਮ ਹੁੰਦੇ ਨੇ ਤੁਹਾਡੇ, ਉਹਨਾਂ ਨੂੰ ਤੁਸੀਂ ਠੀਕ ਕਰਨਾ ਹੁੰਦਾ ਜੀ ਮੌਕਿਆਂ ਤੇ, ਜਦੋਂ ਅਲੱਗ-ਅਲੱਗ ਮੌਕਿਆਂ ਤੇ ਜਦੋਂ ਤੁਹਾਨੂੰ ਲੱਗਿਆ ਕਿ ਹੁਣ ਇਹ ਅਬਿਊਜ਼ ਹੋਣਾ ਸ਼ੁਰੂ ਹੋ ਗਿਆ। ਬਿਲਕੁਲ। ਫੋਰ ਐਗਜ਼ਾਮਪਲ ਸਟੂਡੈਂਟ ਵੀਜ਼ਾ ਪ੍ਰੋਗਰਾਮ ਬਾਰੇ ਵੀ ਤਾਂ ਲੋਕ ਕਹਿੰਦੇ ਨੇ ਕਿ ਤੁਸੀਂ ਇਹਨੂੰ ਸਕੂਲ ਬੇਸਡ ਜਿਹੜੇ ਸਟੂਡੈਂਟ ਕਾਲਜ ਬੇਸਡ ਜਿਹੜਾ ਪ੍ਰੋਗਰਾਮ ਹੈ, ਜਿਵੇਂ ਸਟੂਡੈਂਟ +2 ਕਰਕੇ ਆ ਰਹੇ ਨੇ, ਉਹਦੀ ਬਜਾਏ ਗ੍ਰੈਜੂਏਸ਼ਨ ਵਾਲੇ ਸਟੂਡੈਂਟ ਆਉਣ ਇੱਥੇ ਕਾਲਜ ਕਰਨ ਤੋਂ ਬਾਅਦ ਆਉਣ, ਕੰਪੈਰੇਟਿਵਲੀ ਉਹ ਮੈਚਿਓਰ ਹੋਣਗੇ। ਤੇ ਇਸ ਤਰ੍ਹਾਂ ਮਤਲਬ ਜਿਹੜੀਆਂ ਸਟਰੀਮ 'ਚ ਸਟੂਡੈਂਟ ਨੇ ਆਉਣਾ, ਜਿਸ ਤਰ੍ਹਾਂ ਦੇ ਕੋਰਸਿਸ ਦੇ ਵਿੱਚ ਸਟੂਡੈਂਟ ਨੇ ਆਉਣਾ, ਇਹ ਸਾਰੀਆਂ ਚੀਜ਼ਾਂ ਨੂੰ ਰੈਸ਼ਨਲਾਈਜ਼ ਕੀਤਾ ਜਾ ਸਕਦਾ ਤਾਂ ਕਿ ਇਸ ਤਰ੍ਹਾਂ ਦੇ ਸਟੂਡੈਂਟ ਬੱਚਿਆਂ ਨੂੰ ਨਾ ਲੋਕ ਜਾਂ ਫੈਮਿਲੀਜ਼ ਨਾ ਧੱਕ ਦੇਣ ਇੱਥੇ ਕਿ ਕਿਵੇਂ ਨਾ ਕਿਵੇਂ ਇਹ ਕੈਨੇਡਾ ਪਹੁੰਚ ਜਾਏ, ਇੱਥੇ ਤਾਂ ਇਹਨੇ ਕੁਝ ਕਰਨਾ ਨਹੀਂ ਹੈ, ਤੇ ਮੁੜ ਕੇ ਇੱਥੇ ਆ ਕੇ ਉਹ ਕੈਨੇਡਾ 'ਚ ਹੋਮਲੈਸ ਹੋਏ, ਜਾਂ ਇੱਥੇ ਆ ਕੇ ਸੁਸਾਈਡ ਕਰੇ, ਜਾਂ ਇੱਥੇ ਆ ਕੇ ਨਸ਼ਿਆਂ ਦਾ ਸ਼ਿਕਾਰ ਹੋਏ। ਇਹਦੀ ਬਜਾਏ ਇੱਕ ਕੈਨੇਡੀਅਨ ਗਵਰਨਮੈਂਟ ਦੀ ਵੀ ਤਾਂ ਜ਼ਿੰਮੇਵਾਰੀ ਹੈ ਨਾ। ਬਿਲਕੁਲ। ਤੇ ਜੇ ਇੰਨੀ ਇੰਟਰਨੈਸ਼ਨਲ ਫੀਸ ਦੇ ਰਿਹਾ, ਮਤਲਬ ਮੈਨੂੰ ਇਹ ਇੱਕਦਮ ਖਿਆਲ ਆਇਆ ਕਿ ਕਿਉਂ ਨਹੀਂ ਇਹੋ ਜਿਹਾ ਕੁਝ ਕੀਤਾ ਜਾਵੇ ਕਿ ਇਹਨਾਂ ਨੂੰ ਉੱਥੇ ਦੀ ਹੋਸਟਲਸ ਜਾਂ ਡੋਰਮਸ ਵਿੱਚ ਹੀ ਰੱਖਿਆ ਜਾਵੇ। ਇਹ ਦੇਖੋ ਇਦਾਂ ਦੇ ਸੁਧਾਰ ਹੋ ਸਕਦੇ ਨੇ। ਇਹ ਠੀਕ ਹੈ ਕਿ ਜਿਹੜੇ ਉਹ ਜਿਹੜੀ ਕਾਲਜ ਜਾਂ ਇੰਸਟੀਟਿਊਸ਼ਨ ਦੀਆਂ ਰੈਜ਼ੀਡੈਂਸਿਸ ਨੇ ਉਹ ਐਕਸਪੈਂਸਿਵ ਹੁੰਦੀਆਂ, ਮਹਿੰਗੀਆਂ ਹੁੰਦੀਆਂ, ਉਹਦੇ 'ਚ ਸਟੂਡੈਂਟ ਰਹਿਣਾ ਨਹੀਂ ਚਾਹੁੰਦੇ ਤਾਂ ਫੀਸ ਆਪਣੀ ਬੜੀ ਮੁਸ਼ਕਿਲ ਨਾਲ ਪੂਰੀ ਕਰਦੇ ਨੇ। ਪਰ ਇਹ ਸਾਰੀਆਂ ਗੱਲਾਂ ਹੁਣ ਸੋਚਣੀਆਂ ਪੈਣਗੀਆਂ, ਨਹੀਂ ਤੇ ਅਦਰਵਾਈਜ਼ ਇਹੋ ਜਿਹੀਆਂ ਕਹਾਣੀਆਂ ਪੈਦਾ ਹੋਣਗੀਆਂ ਫਿਰ ਹੋਮਲੈਸਨੈਸ ਦੀਆਂ, ਸੁਸਾਈਡ ਦੀਆਂ, ਡਰੱਗਸ ਦੀਆਂ, ਕ੍ਰਾਈਮ ਦੀਆਂ। ਜੀ ਬਿਲਕੁਲ। ਤੇ ਹੋਮਲੈਸਨੈਸ ਮੈਨੂੰ ਲੱਗਦਾ ਆਪਾਂ ਨੂੰ ਅਸੀਂ ਜਿੰਨੀ ਹੁਣ ਤੱਕ ਗੱਲ ਕੀਤੀ ਹੈ ਐਵੇਂ ਦਾ ਲੱਗ ਰਿਹਾ ਕਿ ਇਹ ਪ੍ਰੋਬਲਮ ਦਾ ਹੱਲ ਨਹੀਂ ਹੈ। ਪਰ ਮੈਂ ਇੱਕ ਛੋਟਾ ਜਿਹਾ ਉਦਾਹਰਨ ਸ਼ੇਅਰ ਕਰਨਾ ਚਾਹੁੰਦਾ ਕਿ ਹੋਮਲੈਸਨੈਸ ਟ੍ਰੀਟੇਬਲ ਹੈ। ਅਸੀਂ ਓਬਵੀਅਸਲੀ ਸਟੂਡੈਂਟ ਹੋਮਲੈਸਨੈਸ ਦੀ ਗੱਲ ਕਰ ਰਹੇ ਹਾਂ, ਪਰ ਮੈਂ ਪੜ੍ਹ ਰਿਹਾ ਸੀਗਾ ਕਿ ਫਿਨਲੈਂਡ ਦੇਸ਼ ਇੱਕ ਬਹੁਤ ਅੱਛਾ ਐਗਜ਼ਾਮਪਲ ਹੈ। ਉਹਨਾਂ ਨੇ 1980 'ਚ ਦੇਖਿਆ ਕਿ ਸਾਡੇ ਹੋਮਲੈਸਨੈਸ ਵੱਧ ਰਹੀ ਹੈ, ਲਗਭਗ 20,000 ਹੋਮਲੈਸ ਸੀਗਾ। ਇਸ ਵੇਲੇ ਉਹ 4,000 ਤੋਂ ਥੱਲੇ ਆਪਣੀ ਹੋਮਲੈਸਨੈਸ ਲੈ ਆਏ ਨੇ। ਤੇ ਉਹਨਾਂ ਦਾ ਮਾਡਲ ਕੀ ਸੀਗਾ ਕਿ ਜਦੋਂ ਹੀ ਕੋਈ ਵੀ ਸਾਨੂੰ ਹੋਮਲੈਸ ਬਾਰੇ ਪਤਾ ਲੱਗੇ, ਅਸੀਂ ਉਹਨਾਂ ਨੂੰ ਉਹ ਵਾਲੀ ਹਾਊਸਿੰਗ 'ਚ ਸ਼ਿਫਟ ਕਰਾਂਗੇ ਜਿਹੜੀ ਅਸੀਂ ਅਫੋਰਡੇਬਲ ਹਾਊਸਿੰਗ ਬਣਾਉਂਦੇ ਰਹਿੰਦੇ ਹਾਂ। ਉਹ ਸਰਕਾਰ ਤੇ ਪਹਿਲਾਂ ਕਾਸਟ ਪੈਂਦੀ ਹੈ, ਪਰ ਉਹ ਫੇਰ ਵੀ ਉਹਨੂੰ ਉਹ ਸਰਵਿਸਿਜ਼, ਉਹ ਸੁਵਿਧਾਵਾਂ ਦਿੰਦੇ ਆ ਜਿੰਨੀ ਉਹਨੂੰ ਆਪਣੀ ਲਾਈਫ ਸੈਟਅਪ ਕਰਨ ਨੂੰ ਚਾਹੀਦੀ ਹੈ, ਤੇ ਜਦ ਤੱਕ ਉਹਨੂੰ ਵਰਕਫੋਰਸ 'ਚ ਨਹੀਂ ਲੈ ਆਉਂਦੇ। ਇੱਕ ਵਾਰ ਉਹ ਵਰਕਫੋਰਸ 'ਚ ਆ ਕੇ ਜਦੋਂ ਕਮਾਉਣ ਲੱਗ ਜਾਂਦਾ, ਜਦੋਂ ਉਹ ਇਕਨੋਮੀ ਨੂੰ ਕੰਟਰੀਬਿਊਟ ਕਰਦਾ, ਤਾਂ ਪਿਛਲੇ 50 ਸਾਲਾਂ 'ਚ ਫਿਨਲੈਂਡ ਇਹ ਦੇਖ ਰਿਹਾ ਕਿ ਜਿੰਨਾ ਅਸੀਂ ਪੈਸਾ ਉਹਨਾਂ ਤੇ ਲਾਇਆ ਸੀਗਾ ਉਹਨੂੰ ਇਸਟੈਬਲਿਸ਼ ਕਰਨ ਲਈ, ਉਸ ਤੋਂ ਵੱਧ ਉਹ ਸਾਨੂੰ ਵਾਪਸ ਦੇ ਰਹੇ ਨੇ। ਜਿਹੜੀ ਜਨਰਲ ਹੋਮਲੈਸਨੈਸ ਹੈ ਉਹਦੇ ਲਈ ਤਾਂ ਡੈਫੀਨਿਟਲੀ ਇਹੋ ਜਿਹੇ ਪ੍ਰੋਗਰਾਮ ਸੋਚਣੇ ਜ਼ਰੂਰੀ ਹੈ, ਪਰ ਜਿਹੜੀ ਸਟੂਡੈਂਟਸ ਦੀ ਹੋਮਲੈਸਨੈਸ ਹੈ, ਇੰਟਰਨੈਸ਼ਨਲ ਸਟੂਡੈਂਟਸ ਦੀ, ਇਸ ਨੂੰ ਵੱਖਰੇ ਤਰੀਕੇ ਨਾਲ ਵੀ ਡੀਲ ਕੀਤਾ ਜਾ ਸਕਦਾ ਸਟੂਡੈਂਟ ਵੀਜ਼ਾ ਪ੍ਰੋਗਰਾਮ 'ਚ ਰਿਫਾਰਮਸ ਕਰਕੇ। ਸੋ ਜਿਹੜੀ ਮੈਂ ਇਹ ਸਮਝਦਾ ਕਿ ਇਹ ਜਿਹੜੀਆਂ ਖਬਰਾਂ ਹੁਣ ਆ ਰਹੀਆਂ ਨੇ ਹੋਮਲੈਸਨੈਸ ਦੀਆਂ, ਜਿਹੜੀ ਰਿਪੋਰਟ ਅੱਜ ਆਪਾਂ ਡਿਸਕਸ ਕਰ ਰਹੇ ਹਾਂ, ਇਹ ਇੱਕ ਕਿਸਮ ਦੀ ਚੇਤਾਵਨੀ ਹੈ, ਇੱਕ ਕਿਸਮ ਦੀ ਵੇਕਅਪ ਕਾਲ ਹੈ ਕਿ ਜਿਹੜੀ ਕੈਨੇਡੀਅਨ ਗਵਰਨਮੈਂਟ ਆਪਣੇ ਸਟੂਡੈਂਟ ਵੀਜ਼ਾ ਪ੍ਰੋਗਰਾਮ ਬਾਰੇ ਰੀਥਿੰਕ ਕਰੇ, ਵਾਰ-ਵਾਰ ਇਹਦੇ ਨੰਬਰ ਗਿਣਾ ਕੇ ਇਹਨਾਂ ਤੇ ਮਾਣ ਮਹਿਸੂਸ ਕਰਨ ਦੀ ਬਜਾਏ ਜੋ ਇਸ ਦੀਆਂ ਇਹ ਸਟੋਰੀਜ਼ ਨੇ ਇਹਨਾਂ ਵੱਲ ਧਿਆਨ ਦੇ ਕੇ ਇਸ ਪ੍ਰੋਗਰਾਮ ਨੂੰ ਰਿਵਿਊ ਕੀਤਾ ਜਾਏ, ਰੀਵਿਜ਼ਿਟ ਕੀਤਾ ਜਾਏ, ਤੇ ਇਹਦੇ 'ਚ ਜਿਹੜੇ ਲੋੜੀਂਦੇ ਸੁਧਾਰ ਨੇ ਉਹ ਕੀਤੇ ਜਾਣ। ਬਿਲਕੁਲ। ਮੈਂ ਅਖੀਰ 'ਚ ਇੱਕ ਗੱਲ ਦੁਬਾਰਾ ਇਹ ਕਹਿਣਾ ਚਾਹੁੰਦਾ, ਤੁਸੀਂ ਵੀ ਕਹੀ ਕਿ ਜਦੋਂ ਅਸੀਂ ਇਹੋ ਜਿਹੇ ਕੇਸਿਸ ਕੁਝ ਦੇਖਦੇ ਹਾਂ, ਜ਼ਿਆਦਾਤਰ ਇਹ ਹੁੰਦਾ ਕਿ ਇਟ ਇਜ਼ ਓਨਲੀ ਦ ਟਿਪ ਆਫ ਦੀ ਆਈਸਬਰਗ, ਜਿਵੇਂ ਕਹਿੰਦੇ ਆ ਕਿ ਬਹੁਤ ਘੱਟ ਕੇਸਿਸ ਸਾਹਮਣੇ ਆਉਂਦੇ, ਪਰ ਇਹ ਪ੍ਰੋਬਲਮ ਸ਼ਾਇਦ ਇਸ ਤੋਂ ਬਹੁਤ ਵੱਡੀ ਹੋ ਸਕਦੀ ਹੈ। ਸੋ ਤੁਹਾਡੀ ਗੱਲ ਠੀਕ ਹੈ ਕਿ ਜਲਦੀ ਇਹਦੇ ਤੇ ਜੇ ਕੁਝ ਨਾ ਕੀਤਾ ਗਿਆ ਤਾਂ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਸਕਦੀ ਹੈ।